ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਸੀਐਮ ਮਾਨ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਖਰਾਬ ਹੋਈ ਕਣਕ ਦੀ ਫਸਲ ਦਾ ਲਿਆ ਜਾਇਜ਼ਾ। ਅਧਿਕਾਰੀਆਂ ਨੂੰ 1 ਹਫ਼ਤੇ ਅੰਦਰ ਗਿਰਦਾਵਰੀ ਕਰਨ ਦੇ ਆਦੇਸ਼। ਅਮਰਪਾਲ ਨੂੰ ਲੈ ਕੇ ਨੇਪਾਲ ਬਾਰਡਰ ਤੇ ਹਾਈ ਅਲਰਟ। ਯੂਪੀ ਜਾਂ ਉੱਤਰਾਖੰਡ ਦੇ ਰਸਤੇ ਨੂੰ ਨੇਪਾਲ ਭੱਜਣ ਦੇ ਇਨਪੁਟ ਤੇ ਚੱਲਦਿਆਂ ਪੁਲਿਸ ਨੇ ਵਧਾਈ ਮੁਸਤੈਦੀ। ਬਾਰਡਰ ਤੇ ਲੱਗੇ ਅਮਰਪਾਲ ਦੇ ਪੋਸਟਰ। ਜੰਮੂ ਭੱਜਣ ਦੀ ਫਰਾਕ ਦੇ ਵਿੱਚ ਸੀ ਅਮਰਪਾਲ। ਪਪਨਪ੍ਰੀਤ ਦੇ ਜੀਜੇ ਅਮਰੀਕ ਤੇ ਭੈਣ ਦੇ ਨਾਲ ਕਰੀਬ 20 ਵਾਰ ਫੋਨ ਤੇ ਕੀਤੀ ਸੀ ਗੱਲ। WhatsApp ਕਾਲ ਦੇ ਰਾਹੀਂ ਮੰਗੀ ਸੀ ਮਦਦ। ਕੱਲ੍ਹ ਪੁਲਿਸ ਨੇ ਅਮਰੀਕ ਤੇ ਉਸਦੀ ਪਤਨੀ ਨੂੰ ਕੀਤਾ ਸੀ ਗ੍ਰਿਫਤਾਰ। ਅਮਰਪਾਲ ਦੇ ਗਨਮੈਨ ਗੋਰਖਾ ਬਾਬਾ ਨੂੰ ਪਨਾਹ ਦੇਣ ਵਾਲਾ ਗ੍ਰਿਫਤਾਰ। ਖੰਨਾ ਪੁਲਿਸ ਨੇ ਬਲਵੰਤ ਸਿੰਘ ਨੂੰ ਕੀਤਾ ਕਾਬੂ। ਗੋਰਖਾ ਬਾਬੇ ਨੂੰ ਕਈ ਦਿਨਾਂ ਤੱਕ ਆਪਣੇ ਘਰ ਦੇ ਵਿੱਚ ਦਿੱਤੀ ਸੀ ਪਨਾਹ। ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਦੇਸ਼ ਭਰ ਦੇ ਵਿੱਚ ਕਾਂਗਰਸ ਦਾ ਹੱਲਾ ਬੋਲ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸੱਤਿਆਗ੍ਰਹਿ ਤੇ ਬੈਠੇ ਕਾਂਗਰਸੀ। ਰਾਹੁਲ ਨੇ ਟਵਿੱਟਰ ਤੇ ਬਦਲਿਆ ਆਪਣਾ ਬਾਇਓ, ਲਿਖਿਆ ਡਿਸਕੁਆਲੀਫਾਈਡ MP। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਵਧੀ ਸਰਗਰਮੀ। ਜਲੰਧਰ ਕੈਂਟ ਤੋਂ ਸਾਬਕਾ MLA ਜਗਬੀਰ ਬਰਾੜ ਨੇ ਆਪ ਦਾ ਫੜਿਆ ਪੱਲਾ। ਸੀਐਮ ਮਾਨ ਨੇ ਪਾਰਟੀ ਦੇ ਵਿੱਚ ਕਰਵਾਇਆ ਸ਼ਾਮਿਲ। ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮੁੜ ਮਿਲੀ ਧਮਕੀ। ਈਮੇਲ ਭੇਜ ਕੇ ਬਿਸ਼ਨੋਈ ਦਾ ਨਾਮ ਨਾ ਲੈਣ ਦੀ ਦਿੱਤੀ ਧਮਕੀ। ਪੁਲਿਸ ਨੇ ਕੇਸ ਦਰਜ ਕਰਕੇ ਸ਼ੁਰੂ ਕੀਤੀ ਜਾਂਚ। ਕੈਨੇਡਾ 'ਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਸਰਕਾਰ ਸਖਤ। ਕੇਂਦਰ ਸਰਕਾਰ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ। ਪੁੱਛਿਆ ਪੁਲਿਸ ਸਿਕਿਉਰਿਟੀ ਦੇ ਵਿੱਚ ਸਾਡੇ ਦੂਤਾਵਾਸ ਕਿਵੇਂ ਬਣਾਏ ਜਾ ਰਹੇ ਨਿਸ਼ਾਨੇ। ਕਾਰਵਾਈ ਦੀ ਕੀਤੀ ਮੰਗ। ਪੀਐਮ ਮੋਦੀ ਨੇ ਮਨ ਕੀ ਬਾਤ ਦੇ ਵਿੱਚ ਪੰਜਾਬ ਦੇ ਰਹਿਣ ਵਾਲੇ ਪਰਿਵਾਰ ਦਾ ਕੀਤਾ ਜ਼ਿਕਰ। ਬੋਲੇ 39 ਦਿਨ ਦੀ ਬੱਚੀ ਦੇ ਅੰਗ ਦਾਨ ਕਰਕੇ ਪਰਿਵਾਰ ਨੇ ਪੇਸ਼ ਕੀਤੀ ਹੈ ਮਿਸਾਲ। ਦਿਲ ਦੀ ਬਿਮਾਰੀ ਕਾਰਨ ਬੱਚੀ ਦੀ ਹੋ ਗਈ ਸੀ ਮੌਤ। ਇਸਰੋ ਨੇ ਰਚਿਆ ਇਤਿਹਾਸ। ਦੇਸ਼ ਦਾ ਸਭ ਤੋਂ ਵੱਡਾ LVM-3 ਰਾਕੇਟ ਲਾਂਚ। ਇਕੱਠੇ ਸਮਾਨ ਦੇ ਵਿੱਚ ਲੈ ਗਿਆ 36 ਸੈਟੇਲਾਈਟ। ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਆਟੇ ਲਈ ਮਾਰਾਮਾਰੀ। ਦੁਕਾਨਾਂ ਦੇ ਬਾਹਰ ਲੱਗ ਰਹੀਆਂ ਨੇ ਲੰਬੀਆਂ ਲਾਈਨਾਂ। ਕਈ ਥਾਵਾਂ ਤੇ ਮੱਚੀ ਭਗਦੜ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਂਗਰਸ ਦੇ ਸੱਤਿਆਗ੍ਰਹਿ ਦੀ। ਰਾਹੁਲ ਗਾਂਧੀ ਦੇ ਲਈ ਕਾਂਗਰਸ ਦੇ ਵੱਲੋਂ ਸੱਤਿਆਗ੍ਰਹਿ ਕੀਤਾ ਜਾ ਰਿਹਾ। ਦੇਸ਼ ਭਰ ਦੇ ਵਿੱਚ ਕਾਂਗਰਸ ਦਾ ਸੱਤਿਆਗ੍ਰਹਿ। ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਦਾ ਕਾਂਗਰਸ ਦੇ ਵੱਲੋਂ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ। ਲੋਕ ਸਭਾ ਤੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਦਰਅਸਲ ਖਤਮ ਕੀਤੀ ਗਈ ਹੈ। ਸੂਰਤ ਕੋਟ ਤੋਂ 2 ਸਾਲ ਦੀ ਸਜ਼ਾ ਮਿਲਣ ਤੇ ਇਹ ਮੈਂਬਰਸ਼ਿਪ ਰੱਦ ਕੀਤੀ ਗਈ, ਜਿਸ ਦਾ ਕਿ ਕਾਂਗਰਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮੋਦੀ ਸਰ ਨੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੂੰ ਸਜ਼ਾ ਮਿਲੀ ਹੈ। ਉਧਰ ਰਾਹੁਲ ਗਾਂਧੀ ਨੇ ਟਵਿੱਟਰ ਤੇ ਆਪਣੀ ਬਾਇਓ ਦੇ ਵਿੱਚ ਵੀ ਬਦਲਾਅ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਡਿਸਕੁਆਲੀਫਾਈਡ MP। ਬਾਇਓ ਦੇ ਵਿੱਚ ਹੀ ਬਦਲਾਅ ਕੀਤਾ ਗਿਆ। ਉੱਥੇ ਤੁਹਾਨੂੰ ਪੰਜਾਬ ਦੀਆਂ, ਇਸ ਤੋਂ ਇਲਾਵਾ ਦਿੱਲੀ ਦੀਆਂ, ਚੰਡੀਗੜ੍ਹ ਦੀਆਂ ਵੱਖ-ਵੱਖ ਜਗ੍ਹਾਵਾਂ ਤੋਂ ਅਸੀਂ ਤਸਵੀਰਾਂ ਵਿਖਾ ਰਹੇ, ਜਿੱਥੇ ਕਿ ਕਾਂਗਰਸ ਦੇ ਵੱਲੋਂ ਸੱਤਿਆਗ੍ਰਹਿ ਚਲਾਇਆ ਜਾ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ, ਵੱਡੇ ਆਗੂਆਂ ਦੇ ਵੱਲੋਂ ਕੇਂਦਰ ਦੇ ਖਿਲਾਫ, ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ। ਤੇ ਜੋ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਰਾਹੁਲ ਗਾਂਧੀ ਦੀ, ਉਸ ਦਾ ਹੀ ਕਾਂਗਰਸ ਦੇ ਵੱਲੋਂ ਸੱਤਿਆਗ੍ਰਹਿ ਦੇ ਰੂਪ ਦੇ ਵਿੱਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ, ਲੁਧਿਆਣਾ, ਬਰਨਾਲਾ, ਫਰੀਦਕੋਟ, ਗੁਰਦਾਸਪੁਰ, ਪਠਾਨਕੋਟ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ, ਜਿੱਥੇ ਕਿ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਦੇ ਵੱਲੋਂ ਸੱਤਿਆਗ੍ਰਹਿ ਚਲਾਇਆ ਜਾ ਰਿਹਾ ਹੈ। ਤੇ ਜੋ ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਮੈਂਬਰਸ਼ਿਪ ਰੱਦ ਕੀਤੀ ਗਈ, ਉਸ ਦਾ ਕਾਂਗਰਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। क्या लोकतंत्र को बचाने के लिए ये तमाम चीज़ें हम लड़ाई लड़ रहे हैं। जिस प्रकार से पिछले दिनों आपने तमाम घटनाक्रम देखा कि सज़ा सुनाई गई राहुल जी को, और हालांकि उन्होंने कुछ किया नहीं, ऐसे केस में किसी देश के व्यक्ति को आज तक 2 साल की सज़ा नहीं हुई। मैंने कभी नहीं सुना और ना ही मैंने कभी देखा है। और तुरंत 1 दिन बाद उनको डिस्क्वालीफाई कर दिया गया। वो चाहते थे कि राहुल गांधी किसी भी प्रकार से अपनी आवाज़ संसद के अंदर बुलंद ना कर सके। तो आज सत्याग्रह किया गया है पूरे देश भर में, डिस्ट्रिक्ट लेवल पर और प्रदेश स्तर पर। हमने एक सत्याग्रह का प्रोग्राम कांग्रेस पार्टी ने दिया है। राजघाट के ऊपर भी लोग वहाँ पर बैठे हैं
और शांतिपूर्वक तरीके से देश की जनता को कहना चाहते हैं। इसी प्रकार से जब अंग्रेजों के साथ हमने लड़ाई शुरू की थी, भारत छोड़ो, महात्मा गांधी जी ने, तो सत्याग्रह से लेकर चाहे आंदोलन करने पड़े, चाहे लड़ाई लड़नी पड़े, हम लोग लड़ेंगे। ये राहुल गांधी जी की लड़ाई नहीं है केवल, ये लोकतंत्र को बचाने के लिए ये तमाम सी लड़ाइयां हम लड़ेंगे। चाहे देश की आज़ादी है जहाँ 77 का जनता राज वेले इमीडिएटली बदलना, और पंजाब चों ही 78 ਦੇ ਵਿੱਚ ਜਿਹੜੀ ਮੂਵਮੈਂਟ ਸੀ ਉਹ ਵੀ ਪੰਜਾਬ ਚੋਂ ਚੱਲੀ ਸੀ, ਹੁਣ ਜਨਤਾ ਰਾਜ ਨੂੰ ਖਤਮ ਕਰਨ ਲਈ। ਅਸੀਂ ਕੇਂਦਰ ਦੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਗਲਤ ਰਸਤੇ ਤੇ ਹੋ। ਤੁਸੀਂ ਜਿਹੜੀ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੈਟਿਕ ਕੰਟਰੀ ਆ, ਉੱਥੇ ਡੈਮੋਕ੍ਰੇਸੀ ਖਤਮ ਕਰ ਰਹੇ ਹੋ, ਤੁਸੀਂ ਡਿਕਟੇਟਰਸ਼ਿਪ ਲਾਗੂ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਜਾਂ ਉਹਦੇ ਵਿੱਚ ਪਾਰਲੀਮੈਂਟ 'ਚ ਜਿਸ ਮੈਂਬਰ ਦੇ ਉੱਤੇ ਬਾਈ ਨੇਮ ਐਲੀਗੇਸ਼ਨ ਲੱਗਦੇ ਆ, ਤੁਸੀਂ ਉਹਨੂੰ ਪਾਰਲੀਮੈਂਟ ਆਪਣਾ ਪੱਖ ਪੇਸ਼ ਕਰਨ ਤੋਂ ਵੀ ਜਿਹੜੇ ਰੋਕਦੇ ਨੇ ਕਿ ਤੂੰ ਆਪਣਾ ਪੱਖ ਪੇਸ਼ ਨਹੀਂ ਕਰੇਗਾ। ਜੋ ਸਾਡਾ ਡੈਮੋਕ੍ਰੈਟਿਕ ਜਾਂ ਵਿਧਾਨਕ ਅਧਿਕਾਰ ਹੈ ਉਹ ਵੀ ਖੋਲਿਆ। ਉੱਥੇ ਕਾਂਗਰਸ ਦੇ ਸੱਤਿਆਗ੍ਰਹਿ ਨੂੰ ਲੈ ਕੇ ਬੀਜੇਪੀ ਦੇ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਗਿਆ। ਬੀਜੇਪੀ ਦਾ ਕਹਿਣਾ ਹੈ ਕਿ ਰਾਹੁਲ ਤੇ ਕਾਨੂੰਨ ਦੇ ਮੁਤਾਬਿਕ ਹੀ ਐਕਸ਼ਨ ਹੋਇਆ ਹੈ, ਕੋਰਟ ਦੇ ਵਿਰੋਧ ਦੇ ਵਿੱਚ ਹੈ ਸੱਤਿਆਗ੍ਰਹਿ। ਬੀਜੇਪੀ ਲਈ ਵੀ ਹਮਲਾ ਬੋਲਿਆ ਗਿਆ ਕਿ ਕੋਰਟ ਦੇ ਵਿਰੋਧ ਦੇ ਵਿੱਚ ਕਾਂਗਰਸ ਦੇ ਵੱਲੋਂ ਇਹ ਸੱਤਿਆਗ੍ਰਹਿ ਕੀਤਾ ਜਾ ਰਿਹਾ ਹੈ। कहना चाहूंगा कि यह सत्याग्रह किस लिए है। मैं स्पष्ट कांग्रेस पार्टी से पूछना चाहता हूं, यह तथाकथित सत्याग्रह किस लिए है। आपने पिछड़ी जाति का अपमान किया, उसको जस्टिफाई करने के लिए, या न्यायालय ने आपको सजा दी है तो न्यायालय के विरुद्ध है, या भारत के जिस नियम के तहत आपको उस सजा के कारण डिस्क्वालीफाई होना पड़ा है उसके विरुद्ध है, या हिंसा में शामिल लोगों को आपने इसमें साथ में लिया है तो यह अहिंसा के विरुद्ध है। इसलिए मैं यह कहना चाहता हूं कि यह कोई लोकतंत्र के लिए नहीं है। लोकतंत्र के अंदर राजनैतिक अहंकार का पूर्वाग्रह जिन लोगों में है और पिछड़ी जातियों के प्रति दुराग्रह जिन लोगों में है, यह उनके अहंकार का एक प्रदर्शन मात्र है और कुछ नहीं। उधर कांग्रेस के सत्याग्रह के भी टाइटलर के शामिल होने से विवाद हो गया। भाजपा ने टाइटलर के खिलाफ विरोध जताया। कांग्रेस ओबीसी ही नहीं सिख विरोधी भी है। भाजपा के वाले वड्डा हमला बोलिया गया। ओबीसी ते सिखां नूं नफरत कर दी है कांग्रेस। भाजपा ने भी कहा कि यह सत्याग्रह नहीं दुराग्रह है। भाजपा के वालों भी कांग्रेस से वड्डा हमला बोलिया गया कि यह सत्याग्रह नहीं दुराग्रह है। ये कोर्ट के खिलाफ दुराग्रह है, और अब तो कांग्रेस का सिख समुदाय के खिलाफ भी किस प्रकार का दुराग्रह है वो आज दिखाई दे रहा है कि इस तथाकथित सत्याग्रह पर जगदीश टाइटलर को बुलाया गया है, और जगदीश टाइटलर जिनके ऊपर 1984 के नरसंहार में शामिल होने का आरोप लगता है, वो प्रथम पंक्ति में बैठे हैं। ये दिखाता है कि किस प्रकार से कांग्रेस पार्टी न केवल ओबीसी समाज से नफरत करती है, उनका अपमान करती है, बल्कि सिख समुदाय के घावों पर भी किस प्रकार से नमक और एसिड रगड़ने का काम बार बार किया जा रहा है। जगदीश टाइटलर को कोई पहली बार कांग्रेस पार्टी ने इस प्रकार से शरण नहीं दी है। इससे पहले दिल्ली वर्किंग कांग्रेस में जगह देना, एमसीडी चुनाव में जगह देना, भारत जोड़ो यात्रा में जगह देना, और अब इस सत्याग्रह में भी जगह देने की बात की जा रही है, जिसका मतलब ये सोचे समझे तरीके से पहले ओबीसी समाज का अपमान राहुल गांधी ने किया, सोचे समझे तरीके से सिख समुदाय का अपमान और उनके खिलाफ इस प्रकार से दुराग्रह करने का काम कांग्रेस पार्टी कर रही है। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਮੁੱਖ ਮੰਤਰੀ ਮਾਨ ਦੀ, ਜੋ ਕਿ ਗਰਾਊਂਡ ਜ਼ੀਰੋ ਤੇ ਪਹੁੰਚੇ ਨੇ ਤੇ ਪੀੜਤ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਮੀਂਹ ਦੇ ਨਾਲ ਦਰਅਸਲ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਨੇ ਸੀਐਮ ਮਾਨ ਤੇ ਬਾਰਿਸ਼ ਦੇ ਕਾਰਨ ਖਰਾਬ ਹੋਈ ਫਸਲਾਂ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਜਾ ਰਿਹਾ। ਮੋਗਾ ਦੇ ਪਿੰਡ ਨਿਹਾਲ ਸਿੰਘ ਵਾੜਾ ਦੇ ਵਿੱਚ ਵੀ ਮੁੱਖ ਮੰਤਰੀ ਮਾਨ ਪਹੁੰਚੇ ਤੇ ਇਸ ਦੌਰਾਨ ਖਰਾਬ ਹੋਈ ਫਸਲ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ। ਸੀਐਮ ਨੇ ਕਿਸਾਨਾਂ ਨੂੰ ਮੁਆਵਜ਼ੇ ਦਾ ਭਰੋਸਾ ਦਿੱਤਾ। ਅਧਿਕਾਰੀਆਂ ਨੂੰ ਇੱਕ ਹਫ਼ਤੇ ਦੇ ਅੰਦਰ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਨੇ। 75 ਤੋਂ 100% ਖਰਾਬ ਹੋਈ ਫਸਲ ਦਾ 15,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਸਰਕਾਰ ਦੇ ਨੂੰ ਦਿੱਤਾ ਜਾਵੇਗਾ ਤੇ 33 ਤੋਂ 75% ਖਰਾਬ ਹੋਈ ਫਸਲ ਦਾ 6750 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ
ਦਿੱਤਾ ਜਾਵੇਗਾ। ਇਹ ਮੁੱਖ ਮੰਤਰੀ ਮਾਨ ਦੇ ਵੱਲੋਂ ਪੀੜਤ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ। ਤੁਹਾਨੂੰ ਨਿਹਾਲ ਸਿੰਘ ਵਾਲਾ ਮੋਗਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਕਿਉਂਕਿ ਇੱਥੇ ਵੀ ਵੱਡੇ ਪੱਧਰ ਤੇ ਮੀਂਹ ਦੇ ਕਾਰਨ, ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ। ਉਹ ਕਣਕ ਦੀ ਫਸਲ ਜਿਹੜੀ ਕਿ ਬਿਲਕੁਲ ਪੱਕਣ ਦੇ ਕਰੀਬ ਸੀਗੀ, ਕੁਝ ਦਿਨ ਬਾਅਦ 'ਚ ਜਿਹੜੀ ਫਸਲ ਆ ਵੱਢੀ ਜਾਣੀ ਹੈ। ਇਸ ਦੇ ਵਿਚਾਲੇ ਜਦੋਂ ਮੀਂਹ ਪਿਆ, ਗੜੇਮਾਰੀ ਹੋਈ ਤੇ ਇਸ ਦੇ ਕਾਰਨ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਤੇ ਸੀਐਮ ਮਾਨ ਦੇ ਵੱਲੋਂ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਪੀੜਤ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਉੱਥੇ ਖਰਾਬ ਹੋਈ ਫਸਲ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਤੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਨਿਹਾਲ ਸਿੰਘ ਵਾਲਾ ਮੋਗਾ ਦੀਆਂ। ਸੀਐਮ ਮਾਨ ਖੁਦ ਗਰਾਊਂਡ ਜ਼ੀਰੋ ਤੇ ਪਹੁੰਚੇ, ਪੀੜਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਵੀ ਜੋ ਵੇਖਿਆ ਜਾ ਸਕਦਾ ਹੈ ਅਤੇ ਜੇ ਇਹਨਾਂ ਤਸਵੀਰਾਂ ਦੇ ਵਿੱਚ ਗੌਰ ਦੇ ਨਾਲ ਫਸਲ ਵਾਲੇ ਪਾਸੇ ਨਜ਼ਰ ਮਾਰੀ ਜਾਵੇ ਤਾਂ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਮੀਂਹ ਦੇ ਕਾਰਨ, ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ, ਕਿਉਂਕਿ ਪੀੜਤ ਕਿਸਾਨ ਲਗਾਤਾਰ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੇ ਇਸ ਦੇ ਵਿਚਾਲੇ ਇੱਥੇ ਕਿ ਪਹਿਲਾਂ ਹੀ ਸੀਐਮ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ, ਟਵੀਟ ਵੀ ਕੀਤਾ ਗਿਆ ਸੀ ਜਦੋਂ ਬਾਰਿਸ਼ ਹੋਈ, ਕਿਸਾਨਾਂ ਦੀ ਫਸਲ ਖਰਾਬ ਹੋਈ ਤੇ ਉਸ ਤੋਂ ਬਾਅਦ 'ਚ ਹੁਣ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਪੀੜਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਖਰਾਬ ਹੋਈ ਫਸਲ ਦਾ ਵੀ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਤੇ ਮੌਕੇ ਤੇ ਅਧਿਕਾਰੀਆਂ ਨੂੰ ਵੀ ਹੁਕਮ ਦਿੱਤੇ ਜਾ ਰਹੇ ਨੇ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਖਰਾਬ ਹੋਈ ਫਸਲ ਨੂੰ ਲੈ ਕੇ ਗਿਰਦਾਵਰੀ ਕਰਵਾਈ ਜਾਵੇ ਤੇ ਉਸ ਤੋਂ ਬਾਅਦ 'ਚ ਜਲਦ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਇਸ ਤੋਂ ਬਾਅਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੁਕਤਸਰ, ਬਠਿੰਡਾ ਤੇ ਪਟਿਆਲਾ ਦੇ ਜਗ੍ਹਾਵਾਂ ਦਾ ਵੀ ਦੌਰਾ ਕੀਤਾ ਜਾਵੇਗਾ, ਇਹਨਾਂ ਜ਼ਿਲ੍ਹਿਆਂ ਦਾ ਵੀ ਦੌਰਾ ਕੀਤਾ ਜਾਵੇਗਾ, ਕਿਉਂਕਿ ਇੱਥੇ ਵੀ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਮੀਂਹ ਦੇ ਕਾਰਨ, ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ। ਉੱਥੇ ਸੀਐਮ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਦੇ ਨਾਲ ਫਸਲਾਂ, ਬਾਗਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ, ਅੱਜ ਉੱਥੇ ਪਹੁੰਚ ਰਿਹਾ ਹਾਂ। ਮੇਰੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਸੀਐਮ ਮਾਨ ਦੇ ਵੱਲੋਂ ਵਾਰ-ਵਾਰ ਇਸ ਗੱਲ ਦਾ ਕਿਸਾਨਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਕਿ ਜਿਹੜੀ ਵੀ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ, ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਖਰਾਬ ਹੋਈ ਫਸਲ ਦਾ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਉਧਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਦੇ ਵਿੱਚ ਮੀਂਹ ਦੇ ਨਾਲ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਵੀ ਕਿਸਾਨਾਂ ਦੀ ਸਾਰ ਲਈ ਹੈ ਤੇ ਇਸੇ ਗੱਲ ਦਾ ਭਰੋਸਾ ਦਿੱਤਾ ਗਿਆ ਕਿਸਾਨਾਂ ਨੂੰ ਕਿ ਉਹਨਾਂ ਦੀ ਜਿਹੜੀ ਵੀ ਫਸਲ ਖਰਾਬ ਹੋਈ ਹੈ ਉਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਦੋ ਤਸਵੀਰਾਂ ਤੁਹਾਨੂੰ ਵਿਖਾ ਰਹੇ, ਇੱਕ ਪਾਸੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਦੂਜੇ ਪਾਸੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਵੀ ਖਰਾਬ ਹੋਈਆਂ ਫਸਲਾਂ ਦਾ ਖੇਤਾਂ ਦੇ ਵਿੱਚ ਪਹੁੰਚ ਕੇ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ। ਸਾਰੇ ਪੰਜਾਬ ਦੇ ਵਿੱਚ ਕਿਤੇ ਵੱਧ ਕਿਤੇ ਘੱਟ ਕਣਕਾਂ ਕਾਫੀ ਥੱਲੇ ਡਿੱਗੀਆਂ ਨੇ, ਅਜੇ ਤੱਕ ਵੀ ਪੈਲੀ ਜਿਹੜੀ ਆ ਥੱਲੇ ਵਸਰਨੀ ਆ। ਸੋ ਇਹਦੇ ਕਰਕੇ ਕਾਫੀ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਦਾ ਕਾਫੀ ਫਸਲਾਂ ਨੁਕਸਾਨੀਆਂ ਗਈਆਂ ਨੇ। ਹੋਰ ਵੀ ਕਣਕ ਤੋਂ ਇਲਾਵਾ ਹੋਰ ਵੀ ਫਸਲਾਂ ਜਾਂ ਬਾਗਾਂ ਤੇ ਵੀ ਨੁਕਸਾਨ ਹੋਏ ਨੇ। ਕਈ ਜਗ੍ਹਾ ਤੇ ਦੇਖਣ ਦੇ ਵਿੱਚ ਆਇਆ ਕਿ ਘਰਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੋਏ ਨੇ ਇਹਨਾਂ ਬਰਸਾਤਾਂ ਕਰਕੇ। ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਜਿਹੜੇ ਨੇ ਉਹ ਦੇ ਦਿੱਤੇ ਨੇ। ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਗਿਰਦਾਵਰੀ ਜਿਹੜੀ ਆ ਉਹ ਕਰ ਲਈ ਜਾਊਗੀ। ਸੋ ਜਿੰਨੇ ਵੀ ਨੁਕਸਾਨ ਹੋਏ ਨੇ ਵੱਖ-ਵੱਖ ਥਾਵਾਂ ਤੇ ਫਸਲਾਂ ਤੇ, ਸਰਕਾਰ ਪੂਰੀ ਕੋਸ਼ਿਸ਼ ਕਰੂਗੀ ਵੀ ਅਸੀਂ ਜਿਹੜੀ ਆ ਇਹਦੀ ਭਰਪਾਈ ਜਿਹੜੀ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਕਰੀਏ। ਉਧਰ ਬਠਿੰਡਾ ਦੇ ਵਿੱਚ ਵੀ ਬੇਮੌਸਮੀ ਮੀਂਹ ਦੇ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਤੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਬੜਾ ਨੁਕਸਾਨ ਹੈ ਸਰਮਾ ਦਾ ਤਾਂ। ਅੱਛਾ, ਕਣਕ ਦਾ ਭਲਾ ਪੂਰਾ ਬਾਜੇ ਤੇ ਸਰੋਂ ਦਾ ਜਮਾ ਪਿੰਡ ਖਾਲੀ ਹੁੰਦਾ ਤਾਂ ਭਈ ਫਲੀਆਂ ਸੁੱਕ ਹੀ ਜਾਣੀਆਂ ਜਮਾ, ਕਿਉਂ ਗੜੇ ਪੈ ਗਏ, ਡਾਣੀਆਂ ਸਾਰੀਆਂ ਤੋੜਤੀਆਂ, ਬੂਟੇ ਤੋੜਤੇ, ਥੱਲੇ ਝੜ ਗਈ ਸਾਰੀ, ਆਈ ਪਈ ਸੀ ਸਰੋਂ, ਵੱਢਣ ਦੇ ਯੋਗ ਸੀ। ਉਮੀਦ ਕਿੰਨੀ ਸੀ ਜ਼ਿਮੀਂਦਾਰ ਨੂੰ ਐਤਕੀ ਫਸਲ ਤੋਂ? ਇਹ ਉਮੀਦ ਤਾਂ ਸਰੋਂ ਦੀ ਤਾਂ ਪੂਰੀ ਸੀ, ਕਣਕਾਂ ਦੀ ਵੀ ਬਹੁਤ ਸੀ ਵੀ ਐਤਕੀ 20 ਮਣ ਕਿੱਲੇ ਦੀ ਨਿਕਲੂਗੀ ਇਹ, ਤੇ ਹੁਣ ਤਾਂ ਇਹ ਵੇਖੋ ਕਿ 2 ਮਣ ਕਿੱਲੇ ਦੀ ਹੋ ਜਾਏ। ਜਿਹੜਾ ਕੋਈ ਠੇਕੇ ਠੂਕੇ ਤੇ ਲੈਂਦਾ ਉਹ ਜ਼ਿਮੀਂਦਾਰ ਦਾ ਕੋਈ ਹਾਲ ਨਹੀਂ, ਘਾਟਾ ਹੀ ਘਾਟਾ ਹੈ। ਆਸ ਹੁੰਦੀ ਹੈ ਜ਼ਿਮੀਂਦਾਰ ਨੂੰ ਫਸਲ ਤੇ ਹੀ, ਫਸਲ ਤਾਂ ਹੁਣ ਫਿਰ ਦਿਸੀ ਜਾਂਦੀ ਹੈ, ਕਣਕਾਂ ਵੀ ਡਿੱਗੀਆਂ ਪਈਆਂ, ਸਰੋਂ ਦਾ ਬਹੁਤ ਸ਼ਿਕਾਨ ਹੈ। ਗੜੇਮਾਰੀ ਜੀ ਬਹੁਤ ਜ਼ਿਆਦਾ ਸੀ, ਧਰਤੀ ਚਿੱਟੀ ਕਰਤੀ ਜੀ, ਆ ਵੱਲੀਆਂ ਚੋਂ ਦਾਣੇ ਕੱਢਤੇ, ਝਾੜਤੀ ਕਣਕ ਜੀ, ਥੱਲੇ ਡਿੱਗ ਪਈ, ਪਾਣੀ ਬਾਹਲਾ ਖੜਾ ਸੀ, ਨੁਕਸਾਨ ਬਹੁਤ ਜ਼ਿਆਦਾ ਹੋਏ। ਝਾੜ ਕਿੰਨਾ ਫਰਕ ਪੈ ਜੂਗਾ ਜੀ? ਝਾੜ ਜੀ ਅੱਧੋ ਅੱਧੀ ਦਾ ਫਰਕ ਪੈ ਜੂਗਾ, 50%। ਠੇਕੇ ਤੇ ਵਾਹਣ ਲਏ ਸੀਗੇ, 60-60 ਹਜ਼ਾਰ ਨੂੰ ਠੇਕੇ ਤੇ ਲਿਆ ਸੀਗਾ, ਤੇ ਹੁਣ ਦੇਖ ਲਓ ਕਣਕ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ। ਉਮੀਦ ਕਿੰਨੀ ਸੀ ਜ਼ਿਮੀਂਦਾਰ ਨੂੰ ਇਸ ਵਾਰ ਫਸਲ ਤੇ? ਇਸ ਵਾਰ 60 ਤੋਂ 70 ਮਣ ਦੇ ਆਸ-ਪਾਸ ਸੀਗੀ ਕਣਕ ਦੀ। ਅਸੀਂ 10-15 ਦਿਨ ਹੁਣ ਵੱਢਣ ਲਈ ਤਿਆਰ ਸੀਗੀ ਫਸਲ, ਤੇ ਬਿਲਕੁਲ ਮੌਕੇ ਦਾ ਕਿ ਨੁਕਸਾਨ ਹੋ ਗਿਆ।
ਹੁਣ ਇਹਦਾ ਨਾ ਤਾਂ ਇਹਨੂੰ ਕੀਤਾ ਜਾ ਸਕਦਾ, ਕੋਈ ਫਸਲ ਨਹੀਂ ਲੱਗ ਸਕਦੀ। ਪਰ ਹੁਣ ਗੱਲ ਹੋਵੇਗੀ ਗੁਆਂਢੀ ਮੁਲਕ ਪਾਕਿਸਤਾਨ ਦੀ। ਰਮਜ਼ਾਨ ਦੇ ਮਹੀਨੇ ਦੇ ਵਿੱਚ ਹੀ ਪਾਕਿਸਤਾਨ ਦੇ ਵਿੱਚ ਮਾਰਾਮਾਰੀ ਆ। ਅਨਾਜ ਦੀ ਕਮੀ ਦੇ ਨਾਲ ਅਸਮਾਨੀ ਜਿਹੜੀ ਮਹਿੰਗਾਈ ਉਹ ਚੜ ਚੁੱਕੀ ਆ। ਰਾਸ਼ਨ ਵੰਡ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਸਾਰਾ ਦਿਨ ਲਾਈਨਾਂ ਦੇ ਵਿੱਚ ਲੱਗ ਕੇ ਵੀ ਆਟਾ ਨਹੀਂ ਮਿਲਦਾ। ਆਮ ਆਦਮੀ ਦੇ ਵੱਸੋਂ ਆਟੇ ਦੀ ਕੀਮਤ ਜਿਹੜੀ ਆ ਬਾਹਰ ਦੀ ਗੱਲ ਹੋਈ ਪਈ ਹੈ। 650 ਤੋਂ ਵੱਧ ਕੇ 1200 ਰੁਪਏ ਜਿਹੜੀ 20 ਕਿਲੋ ਆਟੇ ਦੀ ਕੀਮਤ ਹੋ ਚੁੱਕੀ ਹੈ ਤੇ ਆਟਾ ਲੈਣ ਦੇ ਲਈ ਕਈ ਥਾਈਂ ਭਗਦੜ ਵੀ ਮੱਚੀ ਹੈ ਤੇ ਭਗਦੜ ਦੇ ਦੌਰਾਨ 4 ਲੋਕਾਂ ਦੀ ਮੌਤ ਦੀ ਵੀ ਖਬਰ ਹੈ। बस जी सर ये देखें कि तीसरी जगह पे मैं आ गया हूँ। पहले गया हूँ रेलवे हेडक्वार्टर, उधर मैसेज किया, उन्होंने कहा जी 3 तोड़े आपके हैं। तो वो आए हैं इधर, तो पहले उन्होंने कहा जी असल लाएँ शाम, मेरे पास डुप्लीकेट। तो उधर से मैं आ गया हूँ 150 बंदे की लाइन। अब वो उधर गया हूँ ये फन दुनिया, उधर उन्होंने कहा जी आप ये नहीं आया। ਸਾਨੂੰ ਤਾਂ 4 ਦਿਨ ਹੋ ਗਏ ਆਉਂਦਿਆਂ ਨੂੰ, ਕੋਈ ਨਹੀਂ ਗੱਲ ਬਣੀ ਹੈ ਇਹਦਾ। ਇਹੋ ਆਂਦੇ ਨੇ 5 ਦਿਨ ਬਾਅਦ ਆਏ, 6 ਦਿਨ ਬਾਅਦ ਆਏ, 5 ਵੀ ਹੁਣ ਆਂਦਾ 5 ਦਿਨ ਬਾਅਦ ਆਏ। ਕੋਈ ਦੱਸਦੇ ਨਹੀਂ ਕਿ ਖਾਲੀ ਇਹੀ ਕਹਿੰਦੇ ਨੇ ਕਿ 5 ਦਿਨ 5 ਦਿਨ ਬਾਅਦ ਇਹੋ ਹੀ ਬਸ ਗਿਆ ਹੈ। ਮੈਸੇਜ ਨਹੀਂ ਆ ਰਿਹਾ। ਮੈਸੇਜ ਆਇਆ ਸਾਨੂੰ ਉਦੋਂ ਦਾ ਹੀ। ਸਾਡੇ ਘਰ ਜਿਹੜਾ ਸੀ ਕਿਤੋਂ ਮੈਸੇਜ ਕਰਕੇ ਆਏ, 4 ਦਿਨ ਹੋ ਗਏ ਨਾ ਜਾਉਂਦਿਆਂ ਨੂੰ, ਕੋਈ ਵੀ ਨਹੀਂ ਗੱਲ ਬਣੀ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਸਮਾਣਾ ਦੇ ਵਿੱਚ ਟਰੱਕ ਤੇ ਬੱਸ ਦੇ ਵਿਚਾਲੇ ਟੱਕਰ ਹੋਈ ਹੈ ਤੇ ਓਵਰਟੇਕ ਕਰਦਿਆਂ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ 'ਚ ਟਰੱਕ ਪਲਟ ਗਿਆ ਤੇ ਹਾਦਸੇ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਪਾਤੜਾਂ ਦੇ ਭਗਤ ਸਿੰਘ ਚੌਂਕ ਦੇ ਨੇੜੇ ਇਹ ਹਾਦਸਾ ਵਾਪਰਿਆ। ਤੁਹਾਨੂੰ ਸਮਾਣਾ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਟਰੱਕ ਤੇ ਬੱਸ ਦੇ ਵਿਚਾਲੇ ਟੱਕਰ ਹੋ ਜਾਂਦੀ ਹੈ। ਓਵਰਟੇਕ ਕਰਦਿਆਂ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਜਿਹੜਾ ਟਰੱਕ ਵੀ ਪਲਟ ਗਿਆ। ਹਾਲਾਂਕਿ ਬਚਾਅ ਦੀ ਗੱਲ ਰਹੀ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਾਤੜਾਂ ਦੇ ਭਗਤ ਸਿੰਘ ਚੌਂਕ ਦੇ ਨੇੜੇ ਦਰਅਸਲ ਇਹ ਹਾਦਸਾ ਵਾਪਰਿਆ। ਉਧਰ ਧੂਰੀ ਦੇ ਵਿੱਚ ਵੀ ਸੜਕ ਹਾਦਸਾ ਵਾਪਰਿਆ। ਵਿਆਹ ਵਾਲੀ ਕਾਰ ਦੀ ਟੱਕਰ ਹੋ ਗਈ। ਸਾਹਮਣੇ ਆ ਰਹੀ ਕਾਰ ਦੇ ਨਾਲ ਵਿਆਹ ਵਾਲੀ ਕਾਰ ਟਕਰਾਈ ਹੈ। ਵਿਆਹ ਵਾਲੀ ਕਾਰ ਦੇ ਵਿੱਚ ਲਾੜਾ ਵੀ ਸਵਾਰ ਸੀਗਾ। ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਇਸ ਦੌਰਾਨ ਹਾਲਾਂਕਿ ਬਚਾ ਰਿਹਾ ਹੈ। ਹਰਿਆਣਾ ਤੋਂ ਲੁਧਿਆਣਾ ਇਹ ਬਰਾਤ ਆ ਰਹੀ ਸੀ। ਇਸੇ ਦੌਰਾਨ ਹੀ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਧੂਰੀ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਵਿਆਹ ਵਾਲੀ ਕਾਰ ਦੀ ਟੱਕਰ ਹੋ ਗਈ। ਅੱਗੇਲੇ ਪਾਸੇ ਤੋਂ ਕਾਫੀ ਗੱਡੀ ਨੁਕਸਾਨੀ ਹੋਈ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ। ਦਰਅਸਲ ਦੱਸਿਆ ਜਾ ਰਿਹਾ ਕਿ ਸਾਹਮਣੇ ਜਿਹੜੀ ਕਾਰ ਆ ਰਹੀ ਸੀ ਉਸ ਦੇ ਨਾਲ ਵਿਆਹ ਵਾਲੀ ਕਾਰ ਦੀ ਟੱਕਰ ਹੋ ਜਾਂਦੀ ਹੈ ਤੇ ਵਿਆਹ ਵਾਲੀ ਕਾਰ ਦੇ ਵਿੱਚ ਇਸ ਦੌਰਾਨ ਲਾੜਾ ਵੀ ਸਵਾਰ ਸੀਗਾ। ਹਾਲਾਂਕਿ ਇਹ ਬਚਾਅ ਦੀ ਗੱਲ ਰਹੀ ਹੈ ਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਕਿ ਹਰਿਆਣਾ ਤੋਂ ਲੁਧਿਆਣਾ ਇਹ ਬਰਾਤ ਆ ਰਹੀ ਸੀ। ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ।